ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਇ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਯਾਹੀ ਕੁਲ ਤੇ ਪ੍ਰਗਟ ਹੋਇ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੋਰਿੰਡ ਕੋ, ਮੇਰੀ ਹੈ ਪ੍ਰਣਾਮ। ਸਤਿਗੁਰੂ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਚਰਨ ਕਮਲਾਂ ਵਿੱਚ ਉਪਸਥਿਤ ਸਤ ਸੰਗੀ ਜਨੋ, ਆਓ ਸਤਿਗੁਰੂ ਜੀ ਨੂੰ ਧੰਨ ਕਹੀਏ। ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ। ਇੱਕ ਵਾਰ ਫਿਰ ਰਸਨਾ ਪਵਿੱਤਰ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਹਾਜ਼ਰਾ ਹਜ਼ੂਰ ਸਤਿਗੁਰੂ ਜੀ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸੱਚੇ ਪਾਤਸ਼ਾਹ। ਸਾਧ ਸੰਗਤ ਜੀਓ, ਹੁਣ ਤੱਕ ਜਿਉ ਆਪ ਜੀ ਇਸ ਲੜੀਵਾਰ ਇਤਿਹਾਸ ਨੂੰ ਸ਼ਰਵਣ ਕਰਦੇ ਆ ਰਹੇ ਹੋ, ਭੀਮ ਚੰਦ ਰਾਜਾ ਆਪਣੇ ਨਾਲ ਦੇ ਸਾਰੇ ਸੈਨਿਕਾਂ ਨਾਲ, ਫਿਰ ਰਾਜਿਆਂ ਦੂਜਿਆਂ ਨਾਲ ਸਲਾਹ ਕਰੀ ਕਿ ਜੋ ਗੁਰੂ ਗੋਬਿੰਦ ਸਿੰਘ ਹੈ, ਆਪਾਂ ਜੇ ਇਸ ਨੂੰ ਆਪਣੇ ਅੰਡਰ ਕਰਨਾ ਚਾਹੁੰਦੇ ਹਾਂ, ਲੜ ਕੇ ਆਪਾਂ ਇਸ ਨਾਲ ਪੂਰੇ ਨਹੀਂ ਆ ਸਕਦੇ। ਇੱਥੇ ਕੁਝ ਵੱਖਰਾ ਕਰਨਾ ਚਾਹੀਦਾ ਹੈ। ਸਾਰੇ ਇਕੱਠੇ ਹੁੰਦੇ ਨੇ। ਉਸ ਵਕਤ ਇੱਕ ਪਾਸੇ ਪਹਾੜੀ ਰਾਜਿਆਂ ਦੀ ਸੈਨਾ ਹੈ, ਦੂਜੇ ਪਾਸੇ ਤੁਰਕਾਂ ਦੀ ਸੈਨਾ, ਔਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਈ ਦਿਨ ਜੰਗ ਹੋਇਆ, ਜਿਹਦੇ ਵਿੱਚ ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਲਿਖਦੇ ਹਨ, ਲੜਤ ਹਜ਼ਾਰੋਂ ਮ੍ਰਿਤ ਕੋ ਲਹੇ। ਹਜ਼ਾਰਾਂ ਸਰੀਰ, ਹਜ਼ਾਰਾਂ ਸਿੱਖ ਇੱਥੇ ਲੜਦੇ ਹੋਏ ਸ਼ਹੀਦ ਹੋ ਜਾਂਦੇ ਨੇ। ਬੜੇ ਯਤਨ ਕੀਤੇ ਇਸ ਭੀਮ ਚੰਦ ਹੋਰਾਂ ਨੇ ਕਿ ਥੋੜੇ ਕੁ ਸਿੱਖ ਨੇ ਇਹਨਾਂ ਨੂੰ ਹਰਾ ਕੇ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਜਿੱਤ ਲਈਏ। ਪਰ ਸਾਧ ਸੰਗਤ ਜੀ, ਗੁਰਬਾਣੀ ਦਾ ਸ਼ਬਦ ਹੈ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਭਾਵ ਜਿਸ ਦੇ ਵੱਲ ਸਤਿਗੁਰੂ ਅਕਾਲ ਪੁਰਖ ਹੋਵੇ, ਗੁਰਮੁਖੋ, ਉਹਦੀ ਵੀ ਕਦੀ ਹਾਰ ਹੋ ਸਕਦੀ ਹੈ? ਕਦੀ ਵੀ ਨਹੀਂ। ਸਾਰੀ ਸੈਨਾ ਹਾਰ ਗਈ, ਥੱਕ ਗਈ, ਔਰ ਇੱਥੇ ਤੱਕ ਬਹੁਤ ਜ਼ਿਆਦਾ ਦੁਸ਼ਮਣਾਂ ਦੇ ਸਿਪਾਹੀ ਮਰ ਗਏ, ਬੜੇ ਬੜੇ ਵੱਡੇ ਜਰਨੈਲ ਵੀ ਨਾ ਰਹੇ। ਸਾਰਿਆਂ ਨੇ ਸੋਚਿਆ ਕਿ ਬਹੁਤ ਮੁਸ਼ਕਿਲ ਗੱਲ ਬਣ ਗਈ ਹੈ, ਹੁਣ ਕੀ ਕੀਤਾ ਜਾਵੇ। ਇੱਥੇ ਸਾਧ ਸੰਗਤ ਜੀ, ਇੱਕ ਨਵਾਂ ਢੰਗ ਵਰਤਿਆ ਗਿਆ, ਇੱਕ ਹੋਰ ਫਾਰਮੂਲਾ ਯੂਜ਼ ਕੀਤਾ ਗਿਆ, ਜਿਹਦੇ ਨਾਲ ਹੁਣ ਸਤਿਗੁਰੂ ਨੂੰ ਆਪਾਂ ਕਿਸੇ ਢੰਗ ਨਾਲ ਆਪਣੇ ਵੱਸ ਕਰੀਏ। ਇਹ ਬੇਨਤੀ ਕੀਤੀ ਗਈ ਕਿ ਸਤਿਗੁਰੂ ਜੀ ਜਾਂ ਗੁਰੂ ਜੀ, ਤੁਸੀਂ ਇਸ ਕਿਲੇ ਨੂੰ ਛੱਡ ਦੇਵੋ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ, 6-7 ਮਹੀਨੇ ਬੀਤ ਗਏ ਨੇ, ਸਾਡੀ ਬਹੁਤ ਸੈਨਾ ਵੀ ਮਰ ਗਈ ਹੈ। ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੇਨਤੀ ਕਰਦੇ ਪਏ ਨੇ ਕਿ ਜੇ ਤੁਸੀਂ ਇਹ ਕਿਲੇ ਨੂੰ ਹੁਣ ਛੱਡ ਦਿੰਦੇ ਹੋ ਤੇ ਸਾਡੀ ਵੀ ਇੱਜ਼ਤ ਬਣੀ ਰਹਿ ਜਾਏਗੀ, ਨਹੀਂ ਤੇ ਸਾਡੀ ਬਹੁਤ ਬੇਇੱਜ਼ਤੀ ਹੋਏਗੀ। ਤੁਸੀਂ ਹੁਣ ਕਿਲਾ ਛੱਡ ਦੇਵੋ
ਫਿਰ ਵਾਪਸ ਆ ਜਾਇਓ, ਤੁਹਾਨੂੰ ਕੋਈ ਫਰਕ ਨਹੀਂ ਪਏਗਾ। ਸਾਧ ਸੰਗਤ ਜੀ, ਸਤਿਗੁਰੂ ਜੀ ਇਹਨਾਂ ਦੇ ਅੰਦਰ ਦੀ ਮਾੜੀ ਮੱਤ ਨੂੰ ਜਾਣਦੇ ਸਨ। ਸਤਿਗੁਰਾਂ ਨੂੰ ਪਤਾ ਸੀ ਇਹ ਝੂਠੇ ਲੋਕ ਨੇ। ਸਿੱਖਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗੁਰੂ ਜੀ, ਭੁੱਖ ਦੇ ਦੁੱਖ ਤੋਂ ਨਹੀਂ ਰਿਹਾ ਜਾਂਦਾ, ਨਹੀਂ ਲੜਿਆ ਜਾਂਦਾ, ਕਿਰਪਾ ਕਰੋ। ਜਦ ਇਹ ਰਾਜੇ ਰਾਜੀ ਨੇ, ਇਹਨਾਂ ਦੀ ਮੰਨ ਲਵੋ। ਸਾਧ ਸੰਗਤ, ਸਤਿਗੁਰੂ ਜੀ ਨੇ ਬਚਨ ਕੀਤਾ, ਜੋ ਨਿਤ ਪੂਜਾ ਕਰਹਿ ਪਖਾਨ, ਤਿਨ ਕੀ ਬੁੱਧ ਪਖਾਨ ਸਮਾਨ। ਸਤਿਗੁਰੂ ਜੀ ਕਿਹਾ, ਉਹ ਸਿੱਖੋ, ਉਹ ਭੋਲਿਓ, ਇਹ ਪੱਥਰਾਂ ਦੀ ਪੂਜਾ ਕਰਨ ਵਾਲੇ ਪੱਥਰ ਦੇ ਦਿਲ ਵਾਲੇ ਹੀ ਹੋ ਚੁੱਕੇ ਨੇ। ਇਹਨਾਂ ਦੀ ਗੱਲਾਂ ਵਿੱਚ ਨਾ ਆਓ, ਇਹ ਕਿਸੇ ਦੇ ਸਕੇ ਨਹੀਂ ਹੋ ਸਕਦੇ। ਸਿੱਖ ਮੰਨਣ ਨਾ, ਸਿੱਖ ਫਿਰ ਕਹਿਣ, ਸਤਿਗੁਰੂ ਬੜੇ ਔਖੇ ਆ, ਕਿਰਪਾ ਕਰੋ। ਇੱਥੇ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਇੱਕ ਢੰਗ ਵਰਤਿਆ ਜਿਹਦੇ ਨਾਲ ਸਿੱਖਾਂ ਨੂੰ ਇਹ ਸਮਝਾਉਣਾ ਚਾਹੁੰਦੇ ਸੀ ਕਿ ਇਹ ਪਹਾੜੀ ਰਾਜੇ ਝੂਠੇ ਨੇ, ਇਹ ਤੁਰਕ ਝੂਠੇ ਨੇ। ਉਸ ਵਕਤ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਿੰਨਾ ਵੀ ਪੁਰਾਣਾ ਸਮਾਨ ਸੀ, ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਸਨ, ਉਹ ਸਾਰਿਆਂ ਨੂੰ ਕੁਝ ਕੁ ਗੱਡਿਆਂ ਦੇ ਉੱਤੇ ਲੱਦਿਆ ਗਿਆ ਔਰ ਉਹਨਾਂ ਨੂੰ ਕਿਲੇ ਦੇ ਬਾਹਰ ਕੱਢ ਦਿੱਤਾ। ਔਰ ਦੋ ਜਿਹੜੇ ਸਿੱਖ ਨਾਲ ਗਏ ਸੀ, ਉਹਨਾਂ ਨੂੰ ਸਾਰੀ ਗੱਲ ਸਮਝਾ ਦਿੱਤੀ ਸੀ ਕਿ ਜੇ ਕੋਈ ਹਮਲਾ ਹੋਵੇ, ਤੁਸੀਂ ਗੱਡੇ ਛੱਡ ਕੇ ਵਾਪਸ ਅੰਦਰ ਆ ਜਾਣਾ ਹੈ। ਜਦੋਂ ਸਤਿਗੁਰਾਂ ਨੇ ਕਿਹਾ, ਠੀਕ ਹੈ, ਅਸੀਂ ਕਿਲਾ ਛੱਡ ਦਿੰਦੇ ਹਾਂ, ਬਾਹਰ ਨਿਕਲੇ ਗੱਡੇ, ਤੇ ਸਾਧ ਸੰਗਤ ਜੀ, ਉਸੇ ਵਕਤ ਇਹਨਾਂ ਤੁਰਕਾਂ ਨੇ, ਉਸ ਵਕਤ ਪਹਾੜੀ ਰਾਜਿਆਂ ਨੇ ਰੌਲਾ ਪਾ ਦਿੱਤਾ ਵੀ ਗੁਰੂ ਬਾਹਰ ਆ ਗਿਆ, ਇਹਦੇ ਗੱਡਿਆਂ ਦੇ ਉੱਤੇ ਕੀਮਤੀ ਸਮਾਨ ਹੋਏਗਾ, ਇਹਨੂੰ ਲੁੱਟ ਲਵੋ। ਜਦੋਂ ਭੱਜ ਕੇ ਸਾਰੇ ਆਏ, ਆ ਕੇ ਉਹਨਾਂ ਗੱਡਿਆਂ ਨੂੰ ਵੇਖਿਆ, ਉਹ ਜੋ ਦੋ ਸਿੱਖ ਸੀ ਉਹ ਦੌੜ ਕੇ ਕਿਲੇ ਦੇ ਅੰਦਰ ਵੜ ਜਾਂਦੇ ਨੇ। ਜਦੋਂ ਗੱਡਿਆਂ ਨੂੰ ਵੇਖਿਆ ਤੇ ਉਹਨਾਂ ਦੇ ਉੱਤੇ ਪੁਰਾਣੇ ਸਮਾਨ, ਮਰੇ ਪਸ਼ੂਆਂ ਦੀਆਂ ਹੱਡੀਆਂ, ਇਹ ਕੁਝ ਸੀ। ਬੜੇ ਬਸ਼ਰਮ ਹੋਏ ਇਹ ਦੁਸ਼ਮਣ ਸੈਨਾ ਦੇ ਸਿਪਾਹੀ ਤੇ ਉਹ ਰਾਜੇ। ਪਰ ਉਸ ਤੋਂ ਬਾਅਦ ਕੀ ਹੋਇਆ, ਸਤਿਗੁਰਾਂ ਨੇ ਸਿੱਖਾਂ ਨੂੰ ਦੱਸਿਆ ਕਿ ਇਹ ਕੁਝ ਹੋਣਾ ਸੀ ਜੇ ਆਪਾਂ ਬਾਹਰ ਜਾਂਦੇ। ਸਾਧ ਸੰਗਤ ਜੀਓ, ਸਪਤ ਮਾਸ ਦੁਖ ਪਾਵਤ ਰਹੇ, ਲੜਤ ਹਜ਼ਾरों ਮ੍ਰਿਤ ਕੋ ਲਹੇ। 7 ਮਹੀਨੇ ਦੁੱਖ ਸਹਿਆ, ਕਿਉਂਕਿ ਬਾਹਰ ਦੁਸ਼ਮਣਾਂ ਨੇ ਇੱਥੇ ਤੱਕ ਸੋਚ ਲਿਆ ਕਿ ਲੜਾਈ ਨਾਲ ਨਹੀਂ ਜਿੱਤ ਸਕਦੇ, ਕੋਈ ਢੰਗ ਨਾਲ ਨਹੀਂ ਜਿੱਤ ਸਕਦੇ। ਹੁਣ ਇੱਕੋ ਤਰੀਕਾ ਹੈ ਕਿ ਇਸ ਆਨੰਦਪੁਰ ਸਾਹਿਬ ਦੇ ਕਿਲੇ ਦੇ ਆਸੇ-ਪਾਸੇ ਘੇਰਾ ਪਾ ਲਿਆ ਜਾਵੇ, ਨਾ ਕੋਈ ਸਮਾਨ ਅੰਦਰੋਂ ਬਾਹਰ ਆਉਣ ਦਿੱਤਾ ਜਾਵੇ, ਨਾ ਬਾਹਰੋਂ ਅੰਦਰ ਜਾਵੇ। ਕਿੰਨੇ ਕੁ ਦਿਨ ਇਹ ਅੰਦਰ ਭੁੱਖੇ ਰਹਿਣਗੇ? ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, 7 ਮਹੀਨੇ ਬੀਤ ਗਏ। ਹੁਣ ਸਿੱਖਾਂ ਨੇ ਸਲਾਹ ਕੀਤੀ, ਬੜਾ ਔਖਾ ਹੈ ਰਹਿਣਾ ਇੱਥੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਆ ਕੇ ਬੇਨਤੀ ਕੀਤੀ, ਗਰੀਬ ਨਵਾਜ, ਹੁਣ ਬਹੁਤ ਮੁਸ਼ਕਲ ਹੈ ਰਹਿਣਾ, ਕਿਰਪਾ ਕਰੋ, ਕੁਛ ਨਾ ਕੁਛ ਇਸ ਚੀਜ਼ ਦਾ ਹੱਲ ਹੋਵੇ, ਸਲਿਊਸ਼ਨ ਹੋਵੇ। ਗੁਰੂ ਗੋਬਿੰਦ ਸਿੰਘ ਜੀ ਬਚਨ ਕੀਤਾ, ਸਿੱਖੋ, ਕੁਛ ਕੁ ਸਮਾਂ ਹੋਰ ਰੁਕ ਜਾਓ, ਤੁਹਾਡੀ ਜਿੱਤ ਹੋਏਗੀ, ਤੁਸੀਂ ਸੌਖੇ ਹੋਵੋਗੇ। ਪਰ ਨਹੀਂ ਮੰਨੇ ਸਿੱਖ। ਉਸ ਸਮੇਂ ਫਿਰ ਇਤਿਹਾਸਕਾਰਾਂ ਨੇ ਜੋ ਲਿਖਿਆ ਹੈ ਕਿ ਇਹਨਾਂ ਨੇ ਫਿਰ ਕੁਝ ਕੁ ਸਿੱਖ ਨੇ, ਜਿਨ੍ਹਾਂ ਦਾ ਮੋਢੀ ਹੈ ਭਾਈ ਮਹਾਂ ਸਿੰਘ, ਇੱਕ ਚਿੱਠੀ ਲਿਖੀ ਜਿਹਦੇ ਉੱਤੇ ਲਿਖਿਆ ਸੀ, ਅਸੀਂ ਤੇਰੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ। ਪੁਰਾਣੇ ਸਾਧ, ਪੁਰਾਣੇ ਜਥੇਦਾਰ ਪੜ੍ਹਦੇ ਹੁੰਦੇ ਸੀ, ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ,
ਛੱਡ ਕੇ ਮੈਦਾਨ ਭੱਜ ਗਏ। ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਉਹ ਲੋਕ ਜਿਹੜੇ ਕਦੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿੰਦੇ ਸੀ ਤੂੰ ਸਾਡਾ ਰਹਿਬਰ ਹੈ, ਸਤਿਗੁਰੂ ਹੈ, ਪਰ ਗੁਰਮਖੋ ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ। ਗੁਰੂ ਸਾਹਿਬ ਗੁਰਬਾਣੀ ਵਿੱਚ ਬਚਨ ਕਰਦੇ ਨੇ, ਇੱਕ ਵਿਛੋੜਾ ਦੁੱਖ ਹੈ, ਇੱਕ ਸਭ ਤੋਂ ਵੱਡਾ ਦੁੱਖ ਹੈ ਭੁੱਖ। ਭੁੱਖ ਦਾ ਸਤਾਇਆ ਬੰਦਾ ਗੁਰੂ ਨੂੰ ਵੀ ਛੱਡ ਦਿੰਦਾ ਹੈ। ਉਹ ਵਾਲੀ ਗੱਲ ਅੱਜ ਸਾਹਮਣੇ ਆਈ। ਇਹ ਮਹਾ ਸਿੰਘ ਹੋਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਤੁਰ ਗਏ। ਉਹ ਇੱਕ ਵੱਖਰੀ ਗੱਲ ਹੈ, ਇੱਕ ਵੱਖਰਾ ਇਤਿਹਾਸ ਹੈ। ਕਿਵੇਂ ਇਹਨਾਂ ਨੂੰ ਘਰ ਗਿਆਂ ਨੂੰ ਘਰ ਵਾਲੀਆਂ ਲੜੀਆਂ, ਬੜੇ ਮੰਦੇ ਹਾਲ ਹੋਏ, ਉਹ ਆਪਾਂ ਫਿਰ ਦੂਸਰੀ ਸਾਖੀ ਵਿੱਚ ਇਸ ਨੂੰ ਸੁਣਾਂਗੇ। ਅਖੀਰ ਫਿਰ ਉਸ ਤੋਂ ਬਾਅਦ ਹੁਣ ਪਹਾੜੀ ਰਾਜਿਆਂ ਨੇ ਉਧਰੋਂ ਔਰੰਗਜ਼ੇਬ ਵੱਲੋਂ ਚਿੱਠੀ ਆਉਂਦੀ ਹੈ ਦਿੱਲੀ ਵਿੱਚੋਂ। ਚਿੱਠੀ ਵਿੱਚ ਲਿਖਿਆ ਹੈ ਕਿ ਤੁਸੀਂ ਕਿਲਾ ਛੱਡ ਦੇਵੋ, ਤੁਹਾਡੇ ਪਿੱਛੇ ਕੋਈ ਲੜਾਈ ਕਰਨ ਨਹੀਂ ਆਵਾਂਗੇ। ਫਿਰ ਉਸ ਵਕਤ ਪਹਾੜੀ ਰਾਜਿਆਂ ਨੇ ਇੱਕ ਆਟੇ ਦੀ ਗਊ ਬਣਾਈ, ਨਾਲ ਇੱਕ ਛੁਰੀ ਰੱਖੀ। ਇਹਦਾ ਮਤਲਬ ਸੀ ਪਿੱਛੇ ਜੋ ਹੋਇਆ ਉਹਦੀ ਅਸੀਂ ਮਾਫੀ ਮੰਗਦੇ ਹਾਂ, ਤੇ ਹੁਣ ਤੁਸੀਂ ਕਿਲਾ ਖਾਲੀ ਕਰ ਦਿਓ, ਅਸੀਂ ਕੁਝ ਵੀ ਨਹੀਂ ਕਵਾਂਗੇ। ਉਧਰ ਮੁਸਲਮਾਨਾਂ ਨੇ ਕੁਰਾਨ ਦੀ ਸਹੁੰ ਦੀ ਚਿੱਠੀ ਭੇਜੀ ਕਿ ਪਿਛਲੇ ਹੋਈ ਗਲਤੀ ਮਾਫ ਕਰੋ, ਹੁਣ ਕਿਲਾ ਛੱਡ ਦੇਵੋ, ਸਾਡੀ ਬੇਇੱਜ਼ਤੀ ਹੁੰਦੀ ਪਈ ਹੈ। ਸਾਧ ਸੰਗਤ ਜੀਓ, ਇਸ ਤਰ੍ਹਾਂ ਜਦੋਂ ਹੋਇਆ ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਵਾਜ ਏਦਾਂ ਉਹ ਕਹਿੰਦੇ ਪਏ ਨੇ, ਤੇ ਸਤਿਗੁਰਾਂ ਨੇ ਕਿਹਾ ਕਿ ਸਾਧ ਸੰਗਤ ਜੀ ਇਹ ਉਹਨਾਂ ਦੀ ਚਾਲ ਹੈ, ਇਹ ਫਿਰ ਖੁਆਰ ਕਰਨਗੇ, ਤੰਗ ਕਰਨਗੇ। ਪਰ ਇੱਥੇ ਹੁਣ ਵੱਖ-ਵੱਖ ਵਿਚਾਰ ਹਨ, ਵੱਖ-ਵੱਖ ਰਾਈਟਰਸ ਦੇ, ਲਿਖਾਰੀਆਂ ਦੇ। ਉਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਵੇਖਿਆ ਕਿ ਇਸ ਵਕਤ ਸਹੁੰ ਖਾਧੀ ਜਾ ਰਹੀ ਹੈ ਤੇ ਸਤਿਗੁਰਾਂ ਨੇ ਕਿਹਾ ਕਿ ਸਾਡੀ ਲੜਾਈ ਗਊ ਗਰੀਬ ਦੀ ਲੜਾਈ ਹੈ। ਸਾਧ ਸੰਗਤ, ਦੁਨੀਆ ਉੱਤੇ ਜਦੋਂ ਵੀ ਲੜਾਈ ਕੋਈ ਹੋਈ, ਉਹ ਲੜਾਈ ਹੋਈ ਹੈ ਕਿਸੇ ਧਨ ਪਦਾਰਥ ਦੇ ਪਿੱਛੇ, ਕਿਸੇ ਔਰਤ ਦੇ ਪਿੱਛੇ, ਪਰ ਇਹ ਲੜਾਈ ਸੀ ਗਊ ਤੇ ਗਰੀਬ ਦੀ। ਤੇ ਗੁਰੂ ਜੀ ਬਚਨ ਕਰਦੇ ਨੇ, ਜੇ ਮੈਂ ਹੀ ਇਹਨਾਂ ਦੀ ਇਸ ਗੱਲ ਨੂੰ ਨਾ ਮੰਨਾਂਗਾ ਤੇ ਕੌਣ ਮੰਨੇਗਾ। ਉਸ ਵਕਤ 6 ਪੋ 1761 ਬਿਕਰਮੀ ਦਾ ਸਮਾਂ 20 ਦਸੰਬਰ ਤੇ 1704 ਈਸਵੀ ਬਣਦੀ ਹੈ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਣ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਸਿੱਖੋ, ਜਿਹੜਾ ਸਮਾਨ ਸੰਭਾਲ ਸਕਦੇ ਹੋ ਉਹ ਸੰਭਾਲ ਲਵੋ, ਜੋ ਹਥਿਆਰ ਚੁੱਕੇ ਜਾ ਸਕਦੇ ਨੇ ਉਹ ਚੁੱਕ ਲਵੋ, ਹੁਣ ਕਿਲਾ ਖਾਲੀ ਕਰ ਦੇਣਾ ਹੈ। ਅੱਧੀ ਰਾਤ ਦਾ ਸਮਾਂ ਹੈ। ਉਸ ਵਕਤ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਕਿਉਂਕਿ ਸਾਰਾ ਕੁਝ ਖਾਣ ਪੀਣ ਮੁੱਕ ਚੁੱਕਿਆ ਸੀ, ਬੜੇ ਮੰਦੇ ਹਾਲ ਹੋ ਗਏ ਸੀ, ਤੇ ਉਸ ਵਕਤ ਇੱਕ ਪਲੈਨਿੰਗ ਬਣਾਈ ਗਈ, ਜਿਹਦੇ ਵਿੱਚ ਸਤਿਗੁਰੂ ਜੀ ਨੇ ਦੋਵੇਂ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਇਹ ਸ਼ਸਤਰਬੱਧ ਹੋਏ, ਹੱਥ ਵਿੱਚ ਤਲਵਾਰਾਂ ਨੇ, ਨਾਲ ਇਹਨਾਂ ਦੇ ਸੈਨਿਕ ਨੇ। ਉਸ ਤੋਂ ਬਾਅਦ ਜੋ ਦੂਸਰਾ ਜਥਾ ਹੈ, ਇਹ ਭਾਈ ਮਨੀ ਸਿੰਘ ਜੀ, ਇਹਨਾਂ ਦੀ ਕਮਾਨ ਥੱਲੇ ਹੈ, ਜਿਨ੍ਹਾਂ ਦੇ ਵਿੱਚ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਜੀ, ਇਹ ਦੋਨੋਂ ਹਨ, ਤੇ ਨਾਲ ਇਹਨਾਂ ਦੀਆਂ 2 ਦਾਸੀਆਂ ਨੇ। ਸਾਧ ਸੰਗਤ, ਉਸ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਨਾਲ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ ਤੇ ਮਾਈਆਂ ਬੀਬੀਆਂ ਨੇ। ਚੌਥਾ ਜਥਾ ਜਿਹੜਾ ਹੈ, ਇਹ ਹੈ ਆਪ ਗੁਰੂ ਸਾਹਿਬ, ਇਹਨਾਂ ਦੇ ਨਾਲ 5 ਪਿਆਰੇ, ਤੇ ਉਸ ਤੋਂ ਬਾਅਦ ਇਹਨਾਂ ਦੇ ਬੜੇ ਨਿਕਟਵਰਤੀ ਸਿੱਖ ਭਾਈ ਉਦੈ ਸਿੰਘ ਜੀ। ਸਾਧ ਸੰਗਤ, ਇਹ ਸਾਰੀ ਪਲੈਨਿੰਗ ਹੋ ਗਈ। ਹੁਣ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਸੀਸਗੰਜ ਸਾਹਿਬ
ਜੋ ਅਸਥਾਨ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ, ਉੱਥੇ ਪਹੁੰਚਦੇ ਨੇ। ਜਾ ਕੇ ਪਰਿਕਰਮਾ ਕੀਤੀ, ਨਮਸਕਾਰ ਕੀਤੀ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨਾ। ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਵਾਜ਼ ਮਾਰੀ, ਕੋਈ ਹੈ ਐਸਾ ਜੋ ਇਸ ਜਗ੍ਹਾ ਦੀ ਸੇਵਾ ਸੰਭਾਲ ਸਕੇ? ਕੋਈ ਆਵਾਜ਼ ਨਾ ਆਈ, ਕਿਉਂਕਿ ਹੁਣ ਸਾਰੇ ਜਾਣੇ ਚੱਲੇ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ। ਤੇ ਸੇਵਾ ਸੰਭਾਲਣ ਦਾ ਮਤਲਬ ਜਿਹੜਾ ਰੁਕੇਗਾ ਇਕੱਲੇ ਨੂੰ ਰੁਕਣਾ ਪਏਗਾ। ਫਿਰ ਸਤਿਗੁਰੂ ਜੀ ਨੇ ਦੁਬਾਰਾ ਆਵਾਜ਼ ਮਾਰੀ, ਕੋਈ ਹੈ ਐਸਾ ਜੋ ਇਸ ਜਗ੍ਹਾ ਦੀ ਸੇਵਾ ਸੰਭਾਲ ਸਕੇ? ਗੁਰਮੁਖੋ ਕੋਈ ਆਵਾਜ਼ ਨਾ ਆਈ। ਕੋਈ ਤੀਸਰੀ ਵਾਰ ਗੁਰੂ ਗਰੀਬ ਨਵਾਜ ਕਲੰਗੀਆਂ ਵਾਲੇ ਉਸ ਸ਼ਹਿਨशाह ਨੇ ਆਵਾਜ਼ ਮਾਰੀ, ਉਹ ਸਿੱਖੋ, ਉਹ ਕੋਈ ਹੈ ਐਸਾ ਜੋ ਇਸ ਜਗ੍ਹਾ ਦੀ ਸੰਭਾਲ ਕਰ ਸਕੇ, ਇੱਥੇ ਦੀ ਸੇਵਾ ਸੰਭਾਲ ਸਕੇ? ਉਸ ਵਕਤ ਸਾਧੂ ਗੁਰਬਖਸ਼ ਸਿੰਘ ਇਹ ਸਾਹਮਣੇ ਆਉਂਦੇ ਨੇ। ਆ ਕੇ ਹੱਥ ਜੋੜੇ ਤੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਸੀਸ ਝੁਕਾਇਆ ਕਿ ਸੱਚੇ ਪਾਤਸ਼ਾਹ, ਆਪ ਜੀ ਜੇ ਬਖਸ਼ਿਸ਼ ਕਿਰਪਾ ਕਰੋ, ਤੇਰੀ ਕਿਰਪਾ ਦੇ ਨਾਲ ਇਹ ਮੈਂ ਸੇਵਾ ਕਰ ਸਕਦਾ। ਸਾਧ ਸੰਗਤ ਜੀਓ, ਦੁਨੀਆ ਦੇ ਉੱਤੇ ਬੜੀ ਸੇਵਾ ਹੁੰਦੀਆਂ ਨੇ। ਕੋਈ ਬੰਦਾ ਕਿਸੇ ਨੂੰ ਕੁਝ ਪੈਸੇ ਉਧਾਰੇ ਦੇ ਦਿੰਦਾ ਹੈ, ਕੋਈ ਕਿਸੇ ਨੂੰ ਖਾਣ ਨੂੰ ਪ੍ਰਸ਼ਾਦਾ ਦਿੰਦਾ ਹੈ, ਕੋਈ ਪਾਉਣ ਨੂੰ ਕੱਪੜੇ ਦਿੰਦਾ ਹੈ, ਭਾਵ ਬੜੀ ਸੇਵਾ ਨੇ। ਪਰ ਗੁਰਬਾਣੀ ਦਾ ਇੱਕ ਪਾਠ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾ ਸਤਿਗੁਰ ਕਾ ਮਨ ਮੰਨਿਆ, ਤਾ ਪਾਪ ਕਸਮਲ ਭੰਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਬਹੁਤ ਸੇਵਾ ਹਨ ਦੁਨੀਆ ਵਿੱਚ, ਪਰ ਸੇਵਾ ਉਹੀ ਸਫਲ ਹੈ ਜਿਹਨੂੰ ਕਰਦਿਆਂ ਸਤਿਗੁਰੂ ਜੀ ਦੀ ਖੁਸ਼ੀ ਮਿਲੇ, ਗੁਰੂ ਦਾ ਮਨ ਮੰਨ ਜਾਵੇ। ਉਸ ਵਕਤ ਸਾਧੂ ਗੁਰਬਖਸ਼ ਸਿੰਘ ਜੀ ਹੱਥ ਜੋੜੇ ਕਿ ਸਤਿਗੁਰੂ, ਆਪ ਜੀ ਦਾ ਦਾਸ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ, ਕਿਰਪਾ ਕਰੋ ਇਹ ਸੇਵਾ ਮੈਨੂੰ ਦੇ ਦੇਵੋ। ਨਾਲ ਹੀ ਬੇਨਤੀ ਕੀਤੀ, ਗਰੀਬ ਨਵਾਜ, ਮੈਨੂੰ ਮੇਰੀ ਗਲਤੀ ਦੀ ਮਾਫੀ ਦਿਓ, ਤੁਹਾਨੂੰ 3 ਵਾਰ ਆਵਾਜ਼ ਮਾਰਨੀ ਪਈ, ਮੈਂ ਪਹਿਲੀ ਆਵਾਜ਼ ਵਿੱਚ ਕਿਉਂ ਨਾ ਆ ਗਿਆ। ਨਾਲ ਹੀ ਸਾਧੂ ਗੁਰਬਖਸ਼ ਸਿੰਘ ਜੀ ਕਹਿੰਦੇ ਨੇ, ਗਰੀਬ ਨਵਾਜ, ਪਹਿਲਾਂ ਮੈਂ ਪਤਾ ਕਿਉਂ ਨਹੀਂ ਆਇਆ, ਕਿਉਂਕਿ ਮੈਂ ਇਕੱਲਾ ਬੰਦਾ। ਇਸ ਜਗ੍ਹਾ ਦੇ ਉੱਤੇ ਸੇਵਾ ਕਰਨ ਨੂੰ ਆਪ ਜੀ ਕਹਿੰਦੇ ਹੋ, ਪਰ ਸੇਵਾ ਕਰਦਿਆਂ ਮੇਰਾ ਇੱਥੇ ਧਿਆਨ ਕੌਣ ਰੱਖੇਗਾ? ਮੇਰਾ ਗੁਜ਼ਾਰਾ ਕਿਵੇਂ ਚੱਲੇਗਾ? ਮੈਂ ਖਾਵਾਂਗਾ ਪੀਵਾਂਗਾ ਕਿਵੇਂ? ਫਿਰ ਮੇਰੀ ਪ੍ਰੋਟੈਕਸ਼ਨ ਕੌਣ ਕਰੇਗਾ? ਕਿਉਂਕਿ ਆਸੇ-ਪਾਸੇ ਪਹਾੜੀ ਰਾਜੇ, ਫਿਰ ਉਸ ਤੋਂ ਬਾਅਦ ਮੁਸਲਮਾਨਾਂ ਦੀ ਫੌਜਾਂ ਨੇ ਘੇਰਾ ਪਾਇਆ ਪਿਆ, ਜੋ ਮੈਨੂੰ ਜਿਉਂਦਾ ਨਹੀਂ ਛੱਡਣਗੇ। ਸੱਚੇ ਪਾਤਸ਼ਾਹ, ਮੈਂ ਕਿਵੇਂ ਰਵਾਂਗਾ? ਸਤਿਗੁਰੂ ਜੀ ਨੇ ਉਸ ਵਕਤ ਬਚਨ ਕੀਤਾ ਕਿ ਸਿੱਖਾ, ਤੂੰ ਇਹ ਜਿਹੜੀ ਸੇਵਾ ਕਰਨ ਲੱਗਾ ਹੈ, ਤੇਰੇ ਤੇ ਗੁਰੂ ਦੀਆਂ ਬਹੁਤ ਖੁਸ਼ੀਆਂ, ਤੇਰੇ ਤੇ ਕਿਰਪਾ, ਤੇ ਆਪਣੀ ਛਾਤੀ ਦੇ ਨਾਲ ਲਾ ਲਿਆ ਸਤਿਗੁਰੂ ਨੇ ਇਸ ਸਾਧ ਨੂੰ। ਜੋ ਸਰਣ ਆਵੇ ਤੇ ਸੋ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਗੁਰਬਾਣੀ ਦਾ ਇਹ ਮਹਾਵਾਕ ਹੈ, ਜਿਹੜਾ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਜਾਵੇ। ਸ਼ਰਨ ਵਿੱਚ ਆਉਣ ਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਦੇ ਸਾਹਮਣੇ ਬਹਿ ਜਾਣਾ। ਸ਼ਰਨ ਵਿੱਚ ਆਉਣ ਦਾ ਮਤਲਬ ਹੈ ਗੁਰੂ ਨੂੰ ਆਪਣਾ ਮਨ ਦੇ ਦੇਣਾ। ਜੋ ਗੁਰ ਕਹੈ ਸੋਈ ਭਲ ਮਨ ਹੋ, ਮਨ ਕੀ ਮਤ ਤਿਆਗ। ਜੋ ਸਤਿਗੁਰੂ ਬਚਨ ਕਰਨ ਉਹ ਚੰਗਾ ਲੱਗੇ, ਮਨ ਦੀ ਮਤ ਬੰਦਾ ਛੱਡ ਦੇਵੇ, ਇਹ ਹੁੰਦਾ ਗੁਰੂ ਦੀ ਸ਼ਰਨ ਵਿੱਚ ਆਉਣਾ।
ਉਸ ਵਕਤ ਗੁਰੂ ਜੀ ਨੇ ਆਪਣੀ ਹਿੱਕ ਦੇ ਨਾਲ ਲਾਇਆ, ਘੁੱਟ ਕੇ ਜੱਫੀ ਪਾਈ ਤੇ ਨਾਲ ਹੀ ਬਚਨ ਕੀਤਾ, ਤੈਨੂੰ ਗੁਰੂ ਨਾਨਕ ਤੇ ਘਰੋਂ ਖੁਸ਼ੀਆਂ। ਸਾਧ ਸੰਗਤ ਜੀਓ, ਉਸ ਸਾਧੂ ਤੇ ਐਸੀ ਕਿਰਪਾ ਹੋਈ, ਰਿੱਧੀਆਂ ਸਿੱਧੀਆਂ ਦਾ ਮਾਲਕ ਬਣਾ ਦਿੱਤਾ, ਉਹਦੇ ਤੇ ਬਖਸ਼ਿਸ਼ ਹੋ ਗਈ। ਸੋ ਹੁਣ ਉਸ ਸਾਧੂ ਨੇ ਸੇਵਾ ਸੰਭਾਲ ਲਈ। ਗੁਰੂ ਗਰੀਬ ਨਵਾਜ ਵਾਪਸ ਸ੍ਰੀ ਅਨੰਦਪੁਰ ਸਾਹਿਬ ਵਾਲੀ ਜਗ੍ਹਾ ਤੇ ਆਏ ਤੇ ਉਸ ਵਕਤ ਸਾਰੇ ਆਪੋ ਆਪਣੇ ਜਥਿਆਂ ਦੇ ਵਿੱਚ ਤਿਆਰ ਨੇ, ਹੁਣ ਚੱਲਣ ਦੀ ਤਿਆਰੀ ਹੈ। ਉਸ ਵਕਤ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਦੀ ਉਸ ਧਰਤੀ ਨੂੰ, ਉਸ ਕਿਲੇ ਨੂੰ ਬੜੇ ਪਿਆਰ ਨਾਲ ਵੇਖਦੇ ਨੇ ਤੇ ਏਦਾਂ ਲੱਗਦਾ ਹੈ ਕਿ ਜਿਵੇਂ ਉਹ ਕਿਲਾ ਇਹ ਪੁੱਛਦਾ ਪਿਆ, ਉਹ ਕਲਗੀ ਵਾਲਿਆ ਕਿੱਥੇ ਚੱਲਿਆ ਮੈਨੂੰ ਛੱਡ ਕੇ, ਕਦੋਂ ਹੁਣ ਵਾਪਸ ਆਓਗੇ, ਕਦੋਂ ਦਰਸ਼ਨ ਦਿਓਗੇ। ਤੇ ਇਤਿਹਾਸਕਾਰ ਦੱਸਦੇ ਨੇ ਇਹ ਅਖੀਰਲੀ ਮੁਲਾਕਾਤ ਸੀ ਸਤਿਗੁਰੂ ਦੀ ਔਰ ਇਸ ਪਵਿੱਤਰ ਧਰਤੀ ਦੀ। ਦੁਬਾਰਾ ਗੁਰੂ ਨੇ ਉੱਥੇ ਚਰਨ ਨਾ ਪਾਏ। ਹੁਣ ਜਦੋਂ ਚੱਲ ਪਏ ਬਾਹਰ ਨੂੰ ਨਿਕਲੇ, ਨਿੱਕੇ ਨਿੱਕੇ ਬੱਚੇ ਨੇ ਨਾਲ, ਅੱਤ ਦੀ ਕੜਾਕੇ ਦੀ ਸਰਦੀ ਹੈ, ਅੱਧੀ ਰਾਤ ਦਾ ਸਮਾਂ। ਸਾਧ ਸੰਗਤ ਜੀ ਉਸ ਵਕਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਮਾਤਾ ਜੀ ਨੂੰ ਪੁੱਛਦੇ ਨੇ, ਆਪਣੀ ਦਾਦੀ ਮਾਂ ਨੂੰ ਪੁੱਛਦੇ ਨੇ, ਮਾਂ ਆਪਾਂ ਕਿੱਥੇ ਚੱਲੇ ਆ, ਕਿਉਂ ਚੱਲੇ ਆ, ਆਪਾਂ ਕਦੋਂ ਵਾਪਸ ਆਵਾਂਗੇ, ਜਦੋਂ ਆਵਾਂਗੇ ਉਦੋਂ ਵੀਰੇ ਵੀ ਆਪਣੇ ਨਾਲ ਹੋਣਗੇ, ਪਿਤਾ ਜੀ ਵੀ ਨਾਲ ਹੋਣਗੇ। ਸਾਧ ਸੰਗਤ ਜੀ ਉਹ ਭੋਲੀਆਂ ਜੀਆਂ ਗੱਲਾਂ, ਭੋਲੇ ਜੇ ਸਵਾਲ, ਸ਼ਾਇਦ ਜਿਨ੍ਹਾਂ ਦਾ ਜਵਾਬ ਹੀ ਕੋਈ ਨਹੀਂ ਸੀ। ਪੂਰੇ ਜਗਤ ਨੂੰ ਸੁੱਖ ਦੇਣ ਵਾਲਾ ਉਹ ਗੋਬਿੰਦ ਪਾਤਸ਼ਾਹ ਅੱਜ ਪੂਰੇ ਜਗਤ ਦੀ ਸਲਾਮਤੀ ਵਾਸਤੇ, ਸੁੱਖ ਵਾਸਤੇ ਅੱਜ ਆਪਣਾ ਆਪ ਲੁਟਾਉਣ ਨੂੰ ਤਿਆਰ ਹੋਇਆ ਹੈ ਔਰ ਚੱਲ ਪਿਆ ਹੈ। ਉਸ ਵਕਤ ਗਰੀਬ ਨਵਾਜ ਪਾਤਸ਼ਾਹ ਜੀ ਜਦੋਂ ਬਾਹਰ ਨਿਕਲਦੇ ਨੇ, ਸਾਧ ਸੰਗਤ ਜੀਓ ਚਲਦੇ ਚਲਦੇ ਥੋੜੀ ਕੁ ਦੂਰ ਨਿਕਲੇ ਤੇ ਉਸ ਵਕਤ ਦੁਸ਼ਮਣ ਜੋ ਹੈ ਹੀ ਖੋਟੇ ਸਨ, ਜੋ ਹੈ ਹੀ ਦਿਲ ਦੇ ਝੂਠੇ ਸਨ, ਰੋਲਾ ਪਾ ਦਿੱਤਾ ਉਹਨਾਂ ਨੇ, ਉਹ ਜਾਂਦਾ ਗੋਬਿੰਦ, ਉਹ ਗੁਰੂ ਜਾਂਦਾ, ਇਹਨੂੰ ਫੜ ਲਵੋ, ਇਹ ਜਿਉਂਦਾ ਨਾ ਬਚੇ, ਸਭ ਤੋਂ ਵੱਡਾ ਸਾਡੇ ਰਸਤੇ ਦਾ ਇਹ ਰੋੜਾ ਹੈ, ਸਭ ਤੋਂ ਵੱਡੀ ਮੁਸੀਬਤ ਦਾ ਕਾਰਨ ਹੈ, ਇਹਨੂੰ ਛੱਡਣਾ ਨਹੀਂ। ਉਸ ਵਕਤ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਜੋ ਨਿਕਟਵਰਤੀ ਗੁਰੂ ਕੇ ਪਿਆਰੇ ਸਿੱਖ ਹਨ, ਭਾਈ ਉਦੇ ਸਿੰਘ ਜੀ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਣਾ ਜੋੜਾ ਇਹਨਾਂ ਨੂੰ ਪਾਉਣ ਨੂੰ ਦਿੱਤਾ, ਆਪਣੇ ਤਨ ਦੇ ਬਸਤਰ ਦਿੱਤੇ ਤੇ ਸਾਧ ਸੰਗਤ ਨਾਲ ਹੀ ਸ਼ਮਸ਼ੀਰ ਤਲਵਾਰ ਦਿੱਤੀ, ਨਾਲ 50 ਸਿੱਖ ਦਿੱਤੇ। ਫਿਰ ਉਸ ਵਕਤ ਭਾਈ ਉਦੇ ਸਿੰਘ ਜੀ ਤੇ ਇਹ ਸਿੱਖ ਪੂਰੇ ਜ਼ੋਰ ਦੇ ਨਾਲ ਦੁਸ਼ਮਣ ਦੇ ਨਾਲ ਲੜਦੇ ਨੇ ਤੇ ਗੁਰੂ ਸਾਹਿਬ ਤੇ ਨਾਲ ਭਾਈ ਮਨੀ ਸਾਹਿਬ ਦਾ ਜਥਾ, ਫਿਰ ਉਸ ਤੋਂ ਬਾਅਦ ਦੋਨੋਂ ਵੱਡੇ ਸਾਹਿਬਜ਼ਾਦੇ, ਮਾਈਆਂ ਬੀਬੀਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ ਜਥਾ ਅੱਗੇ ਨੂੰ ਨਿਕਲ ਜਾਂਦਾ ਹੈ। ਦੁਸ਼ਮਣਾਂ ਨੇ ਭਾਈ ਉਦੇ ਸਿੰਘ ਜੀ ਨੂੰ ਸਮਝਿਆ ਕਿ ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਹੈ। ਉਹਨਾਂ ਨੇ ਕਿਹਾ, ਤਗੜੇ ਹੋ ਕੇ ਲੜੋ, ਇਹਨੂੰ ਛੱਡਣਾ ਨਹੀਂ, ਜਿਉਂਦਾ ਨਾ ਬਚੇ। ਬੜੀ ਵੱਡੀ ਲੜਾਈ ਹੋਈ, ਭਿਅੰਕਰ ਯੁੱਧ ਹੋਇਆ, ਜਿਹਦੇ ਵਿੱਚ ਉਹ ਗੁਰੂ ਕਾ ਪਿਆਰਾ ਸਿੱਖ ਤੇ ਉਹ 50 ਸਿੱਖ ਸ਼ਹੀਦੀਆਂ ਪਾ ਜਾਂਦੇ ਨੇ। ਮੁਸਲਮਾਨਾਂ ਨੇ, ਇਹਨਾਂ ਫੌਜੀਆਂ ਨੇ ਬੜੀ ਖੁਸ਼ੀ ਮਨਾਈ ਕਿ ਲੱਗਦਾ ਹੈ ਗੋਬਿੰਦ ਜਿਉਂਦਾ ਨਹੀਂ ਰਿਹਾ। ਬਹੁਤ ਖੁਸ਼ੀਆਂ ਹੋਈਆਂ। ਰਾਤ ਦਾ ਸਮਾਂ ਸੀ। ਅਖੀਰ ਜਦੋਂ ਜਿਹੜੇ ਲੋਕ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਦੀ ਕੀਤੇ ਸੀ, ਨੇੜੇ ਆ ਕੇ ਵੇਖਿਆ ਤੇ ਖੁਸ਼ੀਆਂ ਗਮੀਆਂ 'ਚ ਬਦਲ ਗਈਆਂ, ਕਿਉਂਕਿ ਉਹਨਾਂ ਨੇ ਵੇਖਿਆ ਇਹ ਗੁਰੂ ਨਹੀਂ ਜਿਹਨੂੰ ਅਸੀਂ ਗੁਰੂ ਸਮਝਿਆ। ਸਾਧ ਸੰਗਤ ਜੀਓ, ਪਤਾ ਲੱਗਿਆ ਸਤਿਗੁਰੂ ਜੀ ਬਹੁਤ ਅੱਗੇ ਲੰਘ ਚੁੱਕੇ ਨੇ। ਸੋ ਸਾਧ ਸੰਗਤ ਜੀ, ਇਹ ਸੀ 20 ਦਸੰਬਰ 1704 ਈਸਵੀ ਦੀ ਰਾਤ, ਅੱਧੀ ਰਾਤ, ਜਦੋਂ ਮੇਰੇ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਸੁਖੀ ਵਸਾਉਣ ਵਾਸਤੇ, ਸਾਡੇ ਸੁਖ ਵਾਸਤੇ ਅੱਧੀ ਰਾਤ ਆਪਣਾ ਪਰਿਵਾਰ ਲੈ ਕੇ ਉਸ ਕਿਲੇ ਚੋਂ ਨਿਕਲਦੇ ਨੇ। ਇਸ ਤੋਂ ਅੱਗੇ ਜਿਸ ਤਰ੍ਹਾਂ ਗਰੀਬ ਨਵਾਜ ਜੀ ਕਿਰਪਾ ਕਰਨਗੇ, ਆਪ ਜੀ ਦੇ ਚਰਨਾਂ 'ਚ ਫਿਰ ਅਰਜ਼ ਕਰਾਂਗਾ
ਕਿਵੇਂ ਅੱਗੇ ਜਾ ਕੇ ਸਰਸਾ ਨਦੀ ਦੇ ਉੱਤੇ ਕੀ ਬੀਤਦੀ ਹੈ। ਸੋ ਇੰਨੀਆਂ ਅਰਜ਼ਾਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਦੀ ਮਾਫੀ ਦੇਣਾ। ਸਾਰੇ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸਤਿ ਸ੍ਰੀ ਅਕਾਲ।